ਮੈਦਾਨ ਚ ਬਣ ਮਰਦ ਦਾ ਬੱਚਾ ਤੁਸਾਂ ਇੱਥੇ 42 ਬੰਦਿਆਂ ਚ ਕਹਿ ਮੈਂ ਕੰਨ ਫੜਾਂਗਾ ਕੈਮਰਾ ਖੋਲ ਕੇ ਮਰਦ ਦਾ ਬੱਚਾ ਬਣ। ਤੁਸਾਂ ਹੁਣ ਗਾਲਾਂ ਛੱਡਣੀਆਂ ਨੇ ਕਿ ਨਹੀਂ ਛੱਡਣੀਆਂ? ਮੈਂ ਕਹਿੰਦਾ 42 ਬੰਦਿਆਂ ਦੇ ਵਿੱਚ ਬਹਿ ਕੇ ਮੈਂ ਕੰਨ ਫੜਾਂਗਾ ਕੈਮਰਾ ਖੋਲ ਕੇ। ਜੇ ਮੈਂ ਝੂਠਾ ਹੋਇਆ ਠੀਕ ਹੈ, ਜੇ ਮੈਂ ਝੂਠਾ ਹੋਇਆ ਤੇ ਮੈਂ ਫੜਾਂਗਾ, ਜੇ ਮੈਂ ਝੂਠਾ ਹੋਇਆ ਤੇ ਮੈਂ ਕਹਿ ਰਿਹਾ ਫੜਾਂਗਾ। ਗਾਲਾਂ ਤੁਸਾਂ ਛੱਡਣੀਆਂ ਨੇ ਕਿ ਨਹੀਂ ਛੱਡਣੀਆਂ? ਮੈਂ ਕਹਿੰਦਾ ਜੇ ਮੈਂ ਝੂਠਾ ਹੋਇਆ ਤੇ ਮੈਂ ਕੰਨ ਫੜਾਂਗਾ। ਉਤਾਰ ਦਿਓ ਉਹਨਾਂ ਨੂੰ, ਥੱਲੇ ਉਤਾਰ ਦਿਓ। ਇਹਨੇ ਨਹੀਂ ਗਾਲਾਂ ਛੱਡਣੀਆਂ, ਇਹਨੇ ਨਹੀਂ ਗਾਲਾਂ ਛੱਡੀਆਂ, ਇਹਨੂੰ ਰੈਸਟ ਦਿਓ। ਇਹਨੇ ਗਾਲਾਂ ਨਹੀਂ ਛੱਡਣੀਆਂ, ਇਹਨੂੰ ਰੈਸਟ ਦਿਓ। ਜਦੋਂ ਗਾਲਾਂ ਛੱਡੇਗਾ ਜੱਗਿਆ ਇਹਨੂੰ ਸਮਝਾਇਆ ਆਪਣੀ ਜ਼ਬਾਨ ਚ ਕਿ ਗਾਲਾਂ ਨਹੀਂ ਕੱਢਣੀਆਂ। ਮੈਨੂੰ ਤੈਨੂੰ ਉਹਨੇ ਗੱਲ ਦੱਸੋ ਕਾਈਂਡਲੀ ਮੁਰਸ਼ਦ ਭਾਈ, ਮੈਨੂੰ ਇੱਕ ਗੱਲ ਤੇ ਦੱਸੋ ਯਾਰ, ਪਤਾ ਨਹੀਂ ਇੰਨਾ ਗੁੱਸਾ ਹੈਗਾ ਇਹਨੂੰ, ਹਿਸਾਬ ਹੀ ਨਹੀਂ ਹੈ। ਨਾਸਰ ਭਾਈ, ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ। ਇਹ ਭੱਟੀ ਸਾਹਿਬ ਨੂੰ ਗੁੱਸਾ ਇਸ ਗੱਲ ਦਾ ਹੈ ਕਿ ਅਕਾਬ ਗਾਲਾਂ ਕਿਉਂ ਛੱਡਤੀਆਂ, ਜਾਂ ਇਸ ਗੱਲ ਦਾ ਹੈ ਕਿ ਨਹੀਂ ਨਾਸਰ ਆਪਣਾ ਨਸਰੁੱਲਾ ਭਾਈ ਵਾਲਾ ਕੀ ਗੱਲ ਏ? ਅਕਾਬ ਸਾਹਿਬ ਅੱਗੇ ਤੁਹਾਡੇ ਸਾਹਮਣੇ ਬੈਠੇ ਹੀ ਇੱਥੇ ਕਹਿੰਦੇ ਪਏ ਸਨ ਕੱਢੋ ਗਾਲਾਂ, ਗਾਲਾਂ ਕੱਢੋ, ਗਾਲੀ ਬਾਜ਼ੋ, ਤੁਸੀਂ ਗਾਲੀ ਬਾਜ਼ੋ ਸਾਰਿਆਂ ਨੂੰ ਕਹਿ ਰਹੇ ਸਨ ਨਾ। ਇਹ ਇੱਕ ਬੰਦੇ ਨਹੀਂ ਸੀ ਕਹਿ ਰਹੇ, ਤੇ ਉਹਨੂੰ ਇਸ ਗੱਲ ਦਾ ਗੁੱਸਾ ਵੇ ਕਿ ਤੂੰ ਸਾਰਿਆਂ ਨੂੰ ਰਗੜੀ ਜਾਣਾ ਵੇ, ਅਸੀਂ ਜੋ ਗਾਲਾਂ ਨਹੀਂ ਕੱਢਦੇ ਤੂੰ ਸਾਡੇ ਕੋਲ ਤੱਕ ਨਹੀਂ ਜਾਣਾ। ਮੁਰਸ਼ਦ ਭਾਈ ਜੇ ਗਾਲਾਂ ਨਹੀਂ ਕੱਢਦੇ, ਸਪੋਜ਼ ਮੈਂ ਵੀ ਤਾਂ ਉੱਥੇ ਬੈਠਾ ਹੋਇਆ ਸੀ ਨਾ। ਨਹੀਂ ਨਾਸਰ ਭਾਈ, ਗੱਲ ਤੇ ਬੰਦਾ ਇਹੋ ਜੀ ਗੱਲ ਤੇ ਬੰਦਾ ਉਹ ਕਰੇ ਨਾ ਕਿ ਜਿਹੜਾ ਮਾਜ਼ੀ ਚ ਕੱਢਦਾ ਨਹੀਂ ਰਿਹਾ। ਇਹਨੇ ਸਾਡੇ ਸਾਹਮਣੇ ਅਸੀਂ ਖੁਦ ਵੇਖਿਆ ਕਿ ਜਿਹੜੇ ਸਾਰੇ ਅਹਿਮ ਦੀ ਬੜੀ ਤਾਰੀਫ ਕਰਦੇ ਹੁੰਦੇ ਸਨ, ਉਹੀ ਜਿਹੜੇ ਅੱਜ ਜਿਨ੍ਹਾਂ ਨੂੰ ਉਹ ਕਹਿ ਰਹੇ ਨਾ ਤੇ ਉਹਨੂੰ ਸਿਰ ਤੇ ਚੁੱਕਦੇ ਹੁੰਦੇ ਸਨ ਇਸ ਗੱਲ ਦੇ ਉੱਤੇ। ਕਿਹੜੀ ਗੱਲ ਤੋਂ? ਅਸੀਂ ਕਹਿੰਦੇ ਹਾਂ ਗਾਲਾਂ ਕੱਢ ਜਾ। ਨਾਸਰ ਭਾਈ ਤੁਸੀਂ ਇਹਨੂੰ ਪੁੱਛੋ ਕਾਬ ਨੂੰ ਅੱਜ ਤੱਕ ਇਹਨੂੰ ਕਦੀ ਕਿਹਾ ਕਿ ਗਾਲਾਂ ਕੱਢ ਕੇ ਹਨ ਜਾ ਕੇ? ਨਹੀਂ ਤੁਸੀਂ ਨਹੀਂ ਕੀਤਾ। ਮੈਨੂੰ ਬੜਾ ਵੱਡਾ ਆਲਮ ਸਮਝਦੇ ਹਨ। ਜਦੋਂ ਮੈਂ ਗਾਲਾਂ ਕੱਢ ਕੇ ਉਹਨਾਂ ਆਂਦੇ ਹਨ ਕਾਬ ਬੱਲੇ ਬੱਲੇ ਬੱਲੇ, ਅੱਜ ਤੇ ਧੂੜਾ ਪੁੱਟ ਆਇਆ ਫੜ ਕੇ ਅੰਬ ਦੀਆਂ ਫਟੀਆਂ ਖੇਡ। ਸਹੀ ਗੱਲ ਹੈ ਬਈ। ਮੈਂ ਨਾ ਮੁਰਸ਼ਦ, ਇਹ ਜੋ ਵੀ ਕਾਬ ਨੇ ਗੱਲ ਕੀਤੀ ਨੇ ਤੁਹਾਨੂੰ ਅੱਗੇ ਰੱਖ ਕੇ ਨਹੀਂ ਕੀਤੀ, ਨਾ ਤੁਹਾਨੂੰ ਆਖੀ ਹੈ। ਤੁਸੀਂ ਐਵੇਂ ਵਿੱਚ ਨਾ ਜੱਗਾ ਬੜਾ ਖੁਸ਼ ਹੁੰਦਾ ਸੀ, ਆਂਦਾ ਸੀ ਕਾ ਭਾਈ ਕੋਈ ਨਵੀਂ ਬੇਬਾ ਆਏ। ਮੈਂ ਤੇ ਹੁਣ ਵੀ ਨਹੀਂ ਮਾਫੀ ਦਿੰਦਾ, ਮੈਂ ਤੇ ਕੱਢਦਾ ਭਰਾਵਾ, ਮੈਂ ਤੇ ਸਾਫ਼ ਕਹਿਣਾ। ਵੇਖ ਲਓ ਚੋਰੀ ਨਸਰੁੱਲਾ ਸਾਹਿਬ, ਜਿੰਨੀ ਦੇਰ ਤੱਕ ਇਹ ਜਿਹੜੀ ਇਹ ਜੀਬ ਸੀ ਨਾ, ਜਿਹੜੀ ਜੀਬ ਸੀ ਤੁੜਤੜੀ, ਇਹ ਗਾਲਾਂ ਕੱਢਦੀ ਸੀ ਨਾ, ਭੌਂਕਦੀ ਸੀ, ਓਨੀ ਦੇਰ ਤੱਕ ਇਹ ਸਾਰੇ ਮੇਰੇ ਯਾਰ ਸਨ ਜਿੰਨੇ ਵੀ ਹਨ, ਸਾਰੇ ਮੈਨੂੰ ਆਂਦੇ ਹਨ ਕਾਬ ਬੱਲੇ 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 ਬੱਲੇ। ਕਾਬ ਦੀ ਵੀਡੀਓ ਇੰਜ ਜਾਂਦੀ ਸੀ ਕਿ ਛੱਡ ਗੱਲਾਂ ਦਿਓ। ਜਦੋਂ ਕਾਬ ਨੇ ਆਪਣਾ ਕਿਬਲਾ ਦਰੁਸਤ ਕੀਤਾ, ਕਾਬ ਨੇ ਐਲਾਨ ਕੀਤਾ ਕਿ ਮੈਂ ਆਪਣੇ ਆਪ ਨੂੰ ਠੀਕ ਕਰਨ ਲੱਗਾ ਵਾਂ। ਉਹ ਇਹ ਮੁਹੰਮਦ ਹੁਸੈਨ ਬਟਾਲਵੀ ਦਾ ਫਿਕਰਾ ਸੀ ਕਿ ਜਿੰਨੀ ਦੇਰ ਤੱਕ ਇਹ ਕੁੱਤੀਆਂ ਜੀ ਮੈਂ ਉਹਦਾ ਹੀ ਫਿਕਰਾ, ਉਹਦਾ ਹੀ ਬਿਆਨ ਕਰ ਰਿਹਾ। ਉਹਦਾ ਫਿਕਰਾ ਨਹੀਂ ਹੈ। ਪਹਿਲੇ ਗੱਲ ਦਰੁਸਤ ਕਰ ਲਓ, ਇਹ ਅਤਾਉल्ला शाह ਬੁਖਾਰੀ ਦਾ ਫਿਕਰਾ। ਇਹ ਜਾਨੀ ਭਾਈ ਮੈਨੂੰ ਸ਼ਾਮੀ ਫੁੱਲਾਂ ਦੇ ਹਾਰ ਪੈਂਦੇ ਹੁੰਦੇ ਸਨ, ਆਂਦੇ ਹੁੰਦੇ ਨੇ ਅੱਜ ਕਿੰਨੇ ਕਾਬ ਨੇ ਚੂਹੇ ਮਾਰੇ ਨੇ, ਤੇ ਆਂਦੇ ਮੈਂ ਕਾਬ ਆਂਦਾ ਸੀ ਅੱਜ 4 ਚੂਹੇ ਮਾਰੇ ਨੇ। ਤੇ ਕਾਬ ਦੀ ਫਿਰ ਵੀਡੀਓ ਬੜੇ ਟਾਈਮ ਨਾਲ ਵੇਖਣੀ, ਰੀਪੋਸਟ ਕਰਨੀ। ਨਹੀਂ ਅਸੀਂ ਤਾਂ ਤੁਹਾਨੂੰ ਇਹਨਾਂ ਹਰਕਤਾਂ ਨੇ ਕਦੀ ਮੂੰਹ ਨਹੀਂ ਸੀ ਲਾਇਆ, ਤੁਸੀਂ ਸਭ ਗੁੱਸਾ ਨਹੀਂ ਨਾ ਲਾਇਆ ਕੋਈ ਵੀ, ਲੇਕਿਨ ਵੇਖੋ ਨਾ ਵਿੱਚ ਹੈ ਨਾ ਐਸੇ ਤੁਸੀਂ ਮੂੰਹ ਲਾ ਰਹੇ ਹੋ ਨਾ। ਹਾਂਜੀ ਜਾਨੀ ਭਾਈ, ਅਸੀਂ ਮੁਬਾਰਕ ਦਿੰਦੇ ਆ ਕਾਬ ਨੂੰ, ਇਹਨੇ ਆਪਣੀ ਦਰੁਸਤਗੀ ਕੀਤੀ, ਅੱਲਾਹ ਤਾਲਾ ਇਹਨੂੰ ਸਾਬਤ ਕਦਮ ਰੱਖੇ। ਆਮੀਨ ਆਮੀਨ, ਜ਼ਿੰਦਾਬਾਦ ਕਾਬ ਭਾਈ, ਠੀਕ ਆਮੀਨ। ਨਾਸਰ ਸਾਹਿਬ, ਨਸਰੁੱਲਾ ਸਾਹਿਬ, ਬਾਕੀ ਸਾਡੇ ਚ ਕੋਈ ਜਿੰਨੇ ਲੋਕ ਬੈਠੇ ਆ ਪੈਨਲ ਤੇ, ਉਹ ਜਿੰਨੇ ਸੁਣ ਰਹੇ ਨੇ, ਸਾਡੇ ਚ ਕੋਈ ਇੱਕ ਇਨਸਾਨ ਐਸਾ ਹੈ ਜਿਹਨੇ ਜ਼ਿੰਦਗੀ ਚ ਕਦੀ ਗਾਲ ਨਾ ਕੱਢੀ ਹੋਏ। ਮੈਂ ਕਹਿ ਰਿਹਾ ਉਕਾਬ ਸਾਹਿਬ ਨੇ ਤੇ ਕਿਸੇ ਦਾ ਨਾਂ ਲੈ ਕੇ ਤੇ ਉਹਨੂੰ ਨਹੀਂ ਕਿਹਾ ਕਿ ਤੂੰ ਗਾਲੀ ਬਾਜ਼ ਹੈ। ਉਕਾਬ ਸਾਹਿਬ ਨੇ ਤੇ ਕਿਹਾ ਗਾਲੀ ਬਾਜ਼ ਨੇ। ਉਹ ਜਿਹੜਾ ਹੈ ਇਹ ਉਹਨੂੰ ਤਕਲੀਫ ਹੋ ਰਹੀ। ਹੈਲੋ अस्सलाम वालेकुम। ਹੈਲੋ ਸਰ ਜੀ, ਮੈਂ ਸੁਣਾਣਾ ਵਾ ਗਾਣਾ, ਹੁਣ ਮੈਂ ਲੈ ਕੇ ਇਹਨੇ ਉਂਝ ਦੇ ਮੰਨਣਾ ਨਹੀਂ ਇਹਨੇ। ਮੈਂ ਸੁਣਾਣਾ, ਚੁੱਪ ਕਰੋ ਹੁਣ, ਮੈਂ ਆਇਆ, ਮੈਂ ਦੂਸਰੀ ਆਈਡੀ ਤੇ ਆਇਆ, ਚੁੱਪ ਕਰੋ। ਤੈਨੂੰ ਤੇ ਉਹਨੇ ਆਖਿਆ ਹੀ ਨਹੀਂ ਹੈਗਾ ਯਾਰ। ਪੈਰਾਂ ਦੇ ਭਾਰ ਪਾਓ, ਕੀ ਹੋ ਗਿਆ? ਵਜ਼ਨ ਪਾਓ ਜਰਾ, ਵਜ਼ਨ ਪਾਓ, ਕੀ ਹੋ ਗਿਆ? ਦੇਖੋ ਕਿਹੜੇ ਕਿਹੜੇ ਪਾਸਿਓਂ ਦੀ ਹੋ ਵਜ਼ਨ ਪਾਓ, ਪੈਰਾਂ ਦੇ ਵਜ਼ਨ ਪਾਓ। ਓਏ ਮਰਦ ਦਾ ਬੱਚਾ ਆਇਆ, ਅਹਿਮਦ ਭੱਟੀ ਮਰਦ ਦਾ ਬੱਚਾ, ਕਾਬ ਕੁਫਰਾ ਦਾ ਬਣ, ਕੁਫਰੇ ਦਾ ਬੱਚਾ ਨਾ ਬਣ।
ਬੱਚਾ ਬਾਣ ਪੁੱਤ ਪੱਟੀ ਤੂੰ ਪੱਟੀਆਂ ਰਾਜਪੂਤਾਂ ਨੂੰ ਗੱਲ ਕੀਤੀ ਹੈ ਕਰਕੇ ਜਾਵੇ ਤੇ ਜਾਵੇ ਕਿੱਥੇ ਮੈਂ ਤੇਰੇ ਘਰੋਂ ਨਾ ਤੈਨੂੰ ਕੱਢ ਲਿਆਵਾਂਗਾ ਤੈਨੂੰ ਮੈਂ ਤੇਰੇ ਘਰੋਂ ਨਾ ਤੈਨੂੰ ਕੱਢ ਲਿਆਵਾਂਗਾ ਕਾਬ ਤੂੰ ਭੁੱਲਿਆ ਫਿਰਨਾ ਮੈਂ ਤੈਨੂੰ ਦੱਸ ਦਿਆਂ ਬੱਚਾ ਚੰਗਿਆਂ ਦਾ ਭੈਣ ਨਾਲ ਭੈਣ ਯਾਕਾਂ ਸੀ ਮੈਂ ਤੈਨੂੰ ਦੱਸ ਦਿਆਂ ਤੈਨੂੰ ਉਹਨੇ ਕੋਈ ਗੱਲ ਨਹੀਂ ਕੀਤੀ ਮੈਂ ਤੈਨੂੰ ਕਹਿੰਦਾ ਸੀ ਚੰਗਿਆਂ ਨਾਲ ਚੰਗੇ ਆ ਭੈਣਾਂ ਨਾਲ ਭੈਣ ਯਾਕਾਂ ਪੂਰੇ ਹੋਰ ਗਾਲਾਂ ਕੱਢ ਹੋਰ ਗਾਲਾਂ ਕੱਢ ਠੀਕ ਹੈ ਹੋਰ ਗਾਲਾਂ ਕੱਢ ਤੂੰ ਆਪਣੇ ਬਾਪ ਦਾ ਬਣ ਪੈਰਾਂ ਦੇ ਭਾਰ ਪਾ ਤੇ ਆਪਣੀ ਵੇਖ ਯਾਰ ਸ਼ਾਬਾਸ਼ ਗਾਲਾਂ ਜਿੱਦਾਂ ਯਾਰ ਪਾਗਲਾਂ ਦੇ ਕੰਮ ਨੇ ਦੇਖੋ ਪੰਜਾਬੀ ਚ ਇਹ ਤੇ ਨਸਰੁੱਲਾ ਸਾਹਿਬ ਪੰਜਾਬੀ ਦਾ ਲਤੀਫਾ ਨਹੀਂ ਹੈ ਜਿਹੜਾ ਕੋਈ ਸਰਦਾਰ ਨੂੰ ਕਹਿੰਦਾ ਕਿ ਸੁਣਿਆ ਤੂੰ ਗਾਲਾਂ ਬੜੀਆਂ ਕੱਢਦਾ ਕਹਿੰਦਾ ਕਿਹੜਾ ਫਲਾਣਾ ਢੀਂਗਾ ਗਾਲਾਂ ਕੱਢਦਾ ਇਹਦੇ ਨਾਲ ਉਹੀ ਹੋ ਗਿਆ ਨਫਸ ਜਿਹੜੀ ਹੈ ਨਾ ਇਹ ਨਫਸ ਜਿਹੜੀ ਹੈ ਇਨਸਾਨ ਨੂੰ ਦੇਖੋ ਕਿੱਥੇ ਤੱਕ ਲੈ ਜਾਂਦੀ, ਉਹਨੂੰ ਆਪਣੀ ਜ਼ਾਤ ਦੀ ਫਿਕਰ ਪਈ ਹੋਈ ਹੈ, ਉਹਨੂੰ ਕੋਈ ਗਰਜ਼ ਨਹੀਂ ਹੈਗੀ ਕਿ ਇਨਸਾਨੀਅਤ ਦੇ ਨਾਤੇ ਜਾਂ ਕੋਈ اخلاقیات ਦੇ ਦਾਇਰੇ ਦੇ ਵਿੱਚ ਹੈਗੀ, ਉਹਨੂੰ ਆਪਣੀ ਉਹ ਪੱਟੀ ਹੋਏ ਉਹ ਜੱਟ ਹੋਏ। ਇਹ ਦੇਖੋ ਇਹ ਹਾਲਤ ਹੈ ਇਹਨਾਂ ਦੀ। हजरत मसीह मौद अलैहिस्सलाम का शेर है, कहते नफ्स को मारो कि इस जैसा कोई दुश्मन नहीं, नफ्स को मारो कि इस जैसा कोई दुश्मन नहीं, चुपके पैदा करता है ये सामान दामाद। नासिर भाई मनु अज इंज लगा है ਅਸੀਂ ਸਿਰਫ ਨਾਮ ਦੇ ਅਹਿਮਦੀ ਹਾਂ, ਨਾਮ ਦੇ ਅਹਿਮਦੀ ਹਾਂ। ਇਹੀ ਮੈਂ ਜਿਹੜੀ ਸਾਰੀ ਮੁਹਿੰਮ ਚਲਾਈ ਹੈ ਨਾ, ਇਹਦੇ ਵਿੱਚ ਜਿਹੜੀ ਬੁਨਿਆਦੀ ਗੱਲ ਹੈ, ਮੈਂ ਸਿਰਫ ਆਇਨਾ ਦਿਖਾਣਾ ਚਾਹੁੰਦਾ ਵਾਂ ਕਿ ਸਾਰੇ ਦੇਖੋ ਜਰਾ ਆਪਣੇ ਆਪਣੀ ਸ਼ਕਲਾਂ ਕਿ ਕੀ ਕਿੱਥੇ ਖੜੇ ਕਿੱਥੇ ਹੋ ਤੁਸੀਂ, और ਤੁਹਾਡੇ ਦਾਅਵੇ ਕੀ ਨੇ। ਉਹ ਕਹਿੰਦੇ ਹੋ ਇਹ ਬੜਾ ਮਜ਼ਕਾਂਗੇਜ਼ ਕੰਮ ਹੈ। ਉਹ ਕਹਿੰਦਾ ਤੂੰ ਭਟੀਆਂ ਨੂੰ ਗਾਲੀ ਬਾਤ ਕਿਹਾ, ਤੇਰੀ ਮਾਂ ਦੀ ਤੇਰੀ ਭੈਣ ਦੀ। ਨਸਰੁੱਲਾ ਭਾਈ ਕੱਲ ਯਕੀਨ ਕਰੋ ਮੈਂ ਹਿੱਲ ਗਿਆ ਇੱਕ ਦਫਾ ਜਦੋਂ ਇੱਕ ਯਾਨੀ ਕਿ ਬੱਚਿਆਂ ਦੀ ਉਮਰ ਦੇ ਹੋਣ ਤੇ ਨਾਸਰ ਸਾਹਿਬ ਨੇ ਯਾਨੀ ਕਿ ਇੱਥੇ ਜੋ ਕੁਛ ਵੀ ਜੋ ਉਹਨਾਂ ਦੇ ਮੂੰਹ ਚ ਆ ਰਹੇ ਸਨ ਅਲਫਾਜ਼ ਸਿੱਧਾ ਠੋਕੀ ਜਾ ਰਹੇ ਸਨ, ਕੜੀ ਜਾ ਰਹੇ ਸਨ। ਪਹਿਲੇ ਮੈਂ ਕਰਨ ਲੱਗਾ ਮੈਂ ਥੱਲੇ ਕਿਉਂ ਨਹੀਂ ਮਾਰੇ ਮੇਰਾ ਭਰਾ, ਲੇਕਿਨ ਉਹ ਟਾਈਮ ਸੀ, ਜਿਹੜਾ ਟਾਈਮ ਸੀ ਨਾ ਉਹ ਟਾਈਮ ਇਹਨਾਂ ਨੂੰ ਵੀ ਤੇ ਅੱਗੇ ਵਖਾਣਾ ਵਾ ਨਾ ਕਿ ਇਹ ਏਡੇ ਚੰਗੇ ਬਣ ਕੇ ਸਾਡੇ ਚ ਵੜੇ ਨੇ, ਸਾਡੇ ਦੁਸ਼ਮਣ ਨੇ, ਸਾਡੇ ਨਾਲ ਦੁਸ਼ਮਣੀ ਕਰ ਰਹੇ ਨੇ। ਇਹ ਬਾਹਰ ਪੰਗੇ ਲੈ ਕੇ ਆਉਂਦੇ ਨੇ ਤੇ ਆਣ ਕੇ ਕੀ ਨਾਲ ਸਾਡੇ ਤੇ ਪਾਉਂਦੇ ਨੇ। ਜ਼ਾਤੀ ਲੜਾਈਆਂ ਨੇ ਇਹਨਾਂ ਦੀਆਂ, ਆਪਣੀ ਜ਼ਾਤੀ ਰੰਜਿਸ਼ਾਂ ਨੇ ਪਿੰਡਾਂ ਦੇ ਵਿੱਚ ਪਿੱਛੇ ਲੈ ਕੇ ਆਏ ਨੇ, ਉਹਨੂੰ ਜਮਾਤ ਅਹਿਮਦੀਆ ਦੇ ਨਾਲ ਮੁਨਸਲਿਕ ਕਰਕੇ ਤੇ ਉਹਨੂੰ ਅੱਗੇ ਕੈਰੀ ਆਊਟ ਕਰਨ ਦੇ ਨੇ। ਕਿਸੇ ਦੀ ਗੁਜਰਾਤ 'ਚ ਲੜਾਈ ਹੈ ਤੇ ਉਹ ਲਈ ਫਿਰਦਾ ਹੈ, ਕਿਸੇ ਦੀ ਸਿਆਲਕੋਟ 'ਚ ਲੜਾਈ ਹੈ ਤੇ ਉਹ ਲਈ ਫਿਰਦਾ ਹੈ, ਕਿਸੇ ਦੀ ਜਰਮਨੀ 'ਚ ਲੜਾਈ ਹੈ ਤੇ ਉਹ ਲਈ ਫਿਰਦਾ ਹੈ। ਹਜ਼ਰਤ ਮਸੀਹ ਮੌਦ अलैहिस्सलाम ਦੀ ਕਾਜ਼ ਨੂੰ ਧੋਖਾ ਦੇਈ ਜਾ ਰਹੇ ਨੇ ਤੇ ਨੁਕਸਾਨ ਪਹੁੰਚਾਈ ਜਾ ਰਹੇ ਨੇ। ਦਾਅਵੇ ਏਡੇ ਵੱਡੇ ਕਰਦੇ ਨੇ ਕਿ ਅਸੀਂ ਇਹ ਦੀਨ ਕੋ ਦੁਨੀਆ ਪਰ ਮੁਕੱਦਮ ਕਰ ਦੇਂਗੇ। ਕਿਹੜੀ ਦੀਨ ਤੇ ਕਿਹੜੀ ਦੁਨੀਆ? ਤੁਸੀਂ ਦੁਨੀਆ ਨੂੰ ਦੀਨ ਤੇ ਮੁਕੱਦਮ ਕਰਨ ਵਾਲੇ ਹੋ, ਤੁਹਾਡਾ ਦੀਨ ਦੇ ਨਾਲ ਤਾਂ ਲੱਗੀ ਹੈ। हज़रत मसीह मौद अलैहिस्सलाम ने फरमाया था खूब खुल जाएगा उन पर ये दीन, ये है किसका दीन? पता चलता है किदे नाल है दीन, जिदे नाल दीन है वो पता चलता है नासिर अहमद नाल। हर तरफ फिक्र को दौड़ा के थकाया हमने, कोई दीन मोहम्मद सा ना पाया। जमा खर्च करते रहंदे ने आके, जेड़ा मुंह च जो आंदा बोली ਜਾਂਦਾ है। और ਜਦੋਂ ਦਾ मैं टिकटॉक ਤੇ आया वां और मैं ऑब्जर्व कर रहा हूं कि किसी नूं नहीं किसी ने छड्डिया। हजरत मोहम्मद सल्लल्लाहु अलैहि वसल्लम नूं, उन्हां दे अज़वाज मुतहरात नूं, अंबिया नूं, हजरत मसीह मौद अलैहिस्सलाम नूं, उन्हां दे खानदान नूं, सब ने जिस तरह खड़ा कर देना चौंका दे। नासिर भाई ਮੈਨੂੰ ਇੱਕ ਸਮਝ ਨਹੀਂ ਆਉਂਦੀ, ਕਿਸੇ ਵੀ ਫਿਰਕੇ ਦਾ ਇਹ ਸਿਰਫ ਕਲਮਾ ਗੋ ਹੋਏ, ਉਹਦੀ ਕਿਵੇਂ ਜੁਰਤ ਪੈ ਸਕਦੀ ਹੈ ਕਿ ਉਹ ਅਜ਼ਵਾਜ ਮੁਤਹਰਾਤ ਨੂੰ ਜਾਂ ਅੰਬੀਆ ਨੂੰ ਜਾਂ ਔਲੀਆ ਨੂੰ ਸਾਹਬਾ ਕਰਾਮ ਦੀ ਸ਼ਾਨ 'ਚ ਗੁਸਤਾਹੀ ਕਰਨ ਦੀ, ਗਾਲੀ ਕਰਨ ਦੀ ਜੁਰਤ ਵੀ ਕਰ ਰਹੇ ਜਾਂ ਉਹਨਾਂ ਦਾ ਨਾਂ ਹੀ ਨਾਜ਼ੇਬਾ ਤਰੀਕੇ ਨਾਲ ਲੈ ਸਕੇ। ਕੋਈ ਕਲਮਾ ਗੋ ਤੇ ਨਹੀਂ ਕਰ ਸਕਦਾ। ਮੇਰੀ ਦੇਖੋ ਕਲਮਾ ਗੋ ਹੀ ਕਰਦਾ ਜੇ, ਕੋਈ ਬਾਹਰ ਵਾਲਾ ਨਹੀਂ ਜੇ ਕਰਦਾ। ਕਿਸੇ ਬਾਹਰ ਵਾਲੇ ਕੋਲੋਂ ਮੈਂ ਕਦੀ ਅੱਜ ਤੱਕ ਸੁਣਿਆ ਨਹੀਂ ਹੈ ਇਹ ਗੱਲ ਕਰਦੇ। ਇਹਨੇ ਈਸਾਈ ਆਉਂਦੇ ਨੇ, ਇਹਨੇ ਯਹੂਦੀ ਆਉਂਦੇ ਨੇ, ਇਹਨੇ ਹਿੰਦੂ ਆਉਂਦੇ ਨੇ, ਅੱਜ ਤੱਕ ਨਹੀਂ ਕਿਸੇ ਨੇ ਕੀਤੀ। ਇਹੀ ਸਾਰੇ ਕਰਦੇ ਜੇ ਜਿਹੜੇ ਕਲਮਾ ਗੋ ਜੇ। ਮੈਂ ਉਹੀ ਕਹਿ ਰਿਹਾ ਨਸਰੁੱਲਾ ਸਾਹਿਬ ਨੇ ਫਿਰ ਬਰਾਡਾਂ ਵੇਖੀਆਂ ਹੀ ਕੋਈ ਨਹੀਂ ਅਜੇ। ਸਾਰੇ ਕਲਮਾ ਗੋ। ਅੱਲਾ ਬਚਾਏ ਭਗਵਾਨ ਭਾਈ, ਮੈਂ ਆਪਣੇ ਅੱਲਾ ਕੋਲ ਪਨਾਹ ਮੰਗਦਾ, ਮੈਂ ਅੱਜ ਥਾਂ ਤੇ ਨਾ ਜਾਵਾਂ। ਅੱਛਾ ਬਰਾਡਾਂ ਚਲਦੀਆਂ ਨੇ ਜਨਾਬ। ਹਜ਼ਰਤ ਅਲੀ ਨੂੰ ਨੰਗੀਆਂ ਗਾਲਾਂ, ਹਜ਼ਰਤ ਹਸਨ ਨੂੰ, ਹਜ਼ਰਤ ਹੁਸੈਨ ਨੂੰ, 12 ਇਮਾਮ ਜਿਹੜੇ ਅਹਿਲੇ ਤਸ਼ਯੁ ਮੰਨਦੇ ਨੇ ਉਹਨਾਂ ਨੂੰ ਨੰਗੀਆਂ ਗਾਲਾਂ ਕੱਢ ਕੱਤੀਆਂ ਨੇ ਸਾਰਿਆਂ ਨੂੰ। ਹਜ਼ਰਤ ਅਲੀ ਦੀ ਵਾਲਦਾ ਨੂੰ ਨੰਗੀਆਂ ਗਾਲਾਂ।
ਉਸ ਤੋਂ ਬਾਅਦ ਜਨਾਬ ਅਗਾਂ ਟੁਰ ਪਵੋ ਤੁਸੀਂ ਤੇ ਬਰਾੜ ਚਲਦੀ ਹੈ ਜਨਾਬ ਹਜ਼ਰਤ ਆਇਸ਼ਾ ਨੂੰ, ਹਜ਼ਰਤ ਦੂਜੇ ਜਿਹੜੇ ਮਤਲਬ ਹਜ਼ਰਤ ਹਫਸਾ ਨੂੰ, ਖੋਲ ਕੇ ਕਿੱਸੇ ਬਿਆਨ ਕੀਤੇ ਜਾਂਦੇ ਨੇ ਉਹਨਾਂ ਦੇ, ਅਬੂ ਬਕਰ ਨੂੰ, ਸਭ ਨੂੰ ਨੰਗੀਆਂ ਗਾਲਾਂ। ਉਹ ਕਲਮਾ ਗੋ ਨੇ, ਸਾਰੇ ਆਪਣੇ ਆਪ ਨੂੰ ਮੁਸਲਮਾਨ ਮੰਨਦੇ ਨੇ, ਕੋਈ ਇਹ ਨਹੀਂ ਕਹਿੰਦਾ ਜਨਾਬ ਅਸੀਂ ਕਾਫਰ ਆ, ਦਹਿਰੀਆਂ ਇਹ ਹੈ ਉਹ। ਅਕਲ ਇਹਨਾਂ ਦੀ ਇਹ ਵੇਖੋ, ਇੰਨੀ ਮਿਹਨਤ ਨਾਲ ਲੱਭ ਕੇ ਵੀਡੀਓ ਆਂਦੀ ਹੈ, ਕਹਦੀ ਅਸੀਂ ਗਾਲਾਂ ਲਾਣ ਲੱਗੇ ਆ ਪਿੱਛੇ 5 ਸਾਲਾਂ ਦੀਆਂ, ਪਾਗਲ ਦੇ ਪੁੱਤਾਂ। ਅੱਛਾ ਆਪਣਾ ਭਗਵਾਨ ਮੈਂ ਬਰਾੜ ਲਾਣੀ ਸ਼ੁਰੂ ਕੀਤੀ ਨਾ ਤੇ ਨਾਸਰ ਸਾਹਿਬ ਅਸੀਂ ਬੈਠਦੇ ਤੇ ਆ ਤੇ ਕਾਫੀ ਮਹੀਨਾ ਪਹਿਲੇ ਦੀ ਗੱਲ ਹੈ ਤੇ ਇੱਕ ਆਈਡੀ ਥੱਲੇ ਆਂਦੀ ਹੁੰਦੀ ਸੀ, ਮੁਲਹਦ ਸੀ ਮੁੰਡਾ ਉਹ ਨਾ, ਤੇ ਮੈਂ ਆਪਣੀ ਬਰਾੜ ਬੰਦ ਕੀਤੀ ਤੇ ਉਹਨੇ ਖਾਨਾ ਕਾਬਾ ਦੀ ਤਸਵੀਰ ਲਾ ਕੇ ਨਾਲ ਛੇੜਛਾੜ ਕੀਤੀ ਹੋਈ ਹੈ ਤੇ 2-3 ਮੁਸਲਮਾਨ ਉੱਤੇ ਆ ਗਾਲਾਂ ਕੱਢਦੇ ਨੇ, ਉਹ ਵੀ ਅੱਗੋਂ ਗਾਲਾਂ ਕੱਢਦਾ ਪਿਆ ਨਬੀਆਂ ਨੂੰ। ਠੀਕ ਹੈ, ਮੈਂ ਰਿਕੁਐਸਟ ਪਾਈ, ਮੈਂ ਉੱਤੇ ਗਿਆ, ਮੈਂ ਕਿਹਾ ਭਾਈ ਯਾਰ ਇਸ ਤਰ੍ਹਾਂ ਅੱਛੀ ਗੱਲ ਤੇ ਨਹੀਂ ਹੈ, ਤੂੰ ਉਹਨਾਂ ਨੂੰ ਤੰਗ ਕਰਨਾ, ਮੈਂ ਜ਼ਾਹਰ ਉਹਨਾਂ ਦੇ ਜਜ਼ਬਾਤ ਨੇ ਇਸ ਚੀਜ਼ ਨਾਲ। ਕਹਿੰਦਾ ਮੈਂ ਇਹਨੂੰ ਛੇੜਿਆ ਹੀ ਕੋਈ ਨਹੀਂ ਹੋਇਆ, ਮੈਂ ਲਾਈਟਾਂ ਲਾਈਆਂ ਨੇ ਇਹਦੇ ਉੱਤੇ, ਉਹ ਸਊਦੀ ਅਰਬ ਵਾਲੇ ਕਰਦੇ ਨਹੀਂ। ਮੈਂ ਕਿਹਾ ਨਹੀਂ, ਉਹ ਇਸ ਇਮਾਰਤ ਨੂੰ ਇੰਝ ਨਹੀਂ ਛੇੜਦੇ ਹੈਗੇ। ਯਕੀਨ ਕਰੋਗੇ ਉਸ ਬੰਦੇ ਨੇ ਬਰਾੜ ਬੰਦ ਕਰ ਦਿੱਤੀ ਸੀ। ਮੇਰੇ ਇੰਨਾ ਕਹਿੰਦੇ ਸਿਰਫ ਕੀ ਸੀ ਕਿ ਉਹ ਮੇਰੀ ਬਰਾੜ ਵੇਚਦਾ ਸੀ ਤੇ ਇਹ ਇੱਥੇ 1-2-4 ਦਫਾ ਆਇਆ। ਯਾਰ ਇਨਸਾਨ ਨੂੰ ਇਹੋ ਜਿਹਾ ਬਣਨਾ ਚਾਹੀਦਾ, ਅਗਰ ਉਹ ਗਾਲਾਂ ਕੱਢਦੇ ਨੇ ਪਏ, ਮੁਸਲਮਾਨ ਦੂਸਰੇ ਗਾਲਾਂ ਕੱਢਦੇ ਨੇ ਪਏ, ਮੈਂ ਨਹੀਂ ਗੱਲ ਕੀਤੀ, ਨੇ ਕਿ ਭਾਈ ਠੀਕ ਹੈ ਯਾਰ ਮੈਂ ਕਰ ਦਿੰਦਾ ਬੰਦ, ਠੀਕ, ਉਹਨੇ ਬੰਦ ਕਰ ਦਿੱਤੀ। ਤੇ ਯਾਰ ਗਾਲਾਂ ਕੱਢ ਕੇ ਅਸੀਂ ਉਹਨੂੰ ਸਗੋਂ ਸੀ ਕਿ ਨਾ ਦਾ ਉਹਦੀ ਹੌਸਲਾ ਅਫਜ਼ਾਈ ਕਰਨੇ ਪਏ ਆ, ਉਹਨੂੰ ਅਸੀਂ ਉੱਤੇ ਲਿਜਾ ਰਹੇ ਆ। ਤੇ ਯਾਰ ਅਸੀਂ ਆਪਣੇ ਆਪ ਨੂੰ ਕਿਉਂ ਨਾ ਉਹੋ ਜਿਹਾ ਬਣਾਈਏ ਕਿ ਅਸੀਂ ਕਿਸੇ ਕੋਲ ਜਾਈਏ, ਕੋਈ ਸਾਨੂੰ ਰਿਸਪੈਕਟ ਦੇਵੇ, ਕੋਈ ਸਾਨੂੰ ਇੱਜ਼ਤ ਦੇਵੇ। ਮੈਂ ਹਜੇ ਵੀ ਕਹਿ ਰਿਹਾ ਬਰਾੜ ਤੇ ਜਾਵਾਂ, ਅਗਲੇ ਕੀ ਨਾਂ ਦਾ ਮੰਨਦੇ ਨੇ ਕਿ ਭਾਈ ਠੀਕ, ਅਸੀਂ ਨਹੀਂ ਤੁਹਾਡੇ ਕਾਬਲ ਨੂੰ ਕੋਈ ਗੱਲ ਕਹਿੰਦੇ, ਸਾਡੇ ਕੋਲ ਬਹੁਤ ਸਹੀ। अस्सलाम वालेकुम। कोई नहीं बचेगा, गाल सीधी। नासिर भाई क्या हाल है, ठीक है? वालेकुम सलाम। जी मैं ठीक हूँ, बलोच भाई आप कैसे हैं? अल्लाह का शुक्र है। देखें आप बहुत प्यारी बात कर रहे थे, मैंने आना नहीं था, मैं पहले भी एक बार ट्राई की है, शोर शराबा जो हो रहा था, आप भी इसको मज़हब के साथ टच कर रहे थे कि ये देखें मैं इनको चेहरा दिखा रहा हूँ, इनको आईना दिखा रहा हूँ, ये दिखा रहा हूँ, वो दिखा रहा हूँ। एक बंदा गाली देता है, उसका किसी अकीदे के साथ कोई ताल्लुक़ नहीं है, ठीक है मेरे भाई, आप मेरे से ज़्यादा इल्म रखते हैं, और अगर गाली गलोच वाले को आप पसंद नहीं करते तो फिर बिठाया क्यों हुआ है? किसी एक को भी बिठाने की ज़रूरत नहीं है। अगर आप में थोड़ा सा ईमान होता ना तो उठा के नीचे फेंकते, ठीक है? ये आपके ज़र्फ़ की बात है, आपने खुद ही अपने मुंह पे ना, मैं क्या कहूँ आपको, आप बड़े हैं मेरे से, तो ये ज़्यादती आप खुद कराते हैं, फिर बाद में कहते हैं ये इस्लामी टच हो गया। ये आपने पहले देखा था, एक बार आपके पास बहुत सारे बुज़ुर्ग हमारे इकट्ठे हुए थे, वो कह रहे थे यार ये बंदा हज़रत मोहम्मद सल्लल्लाहु अलैहि वसल्लम का नेम किस तरह ले रहा है। आपने बिल्कुल अपने पैरों में पानी नहीं आने दिया। बहुत सारी ऐसी बातें होती हैं जो आप अपने ऊपर आने ही नहीं देते, कहते हैं नहीं मेरी तो गलती नहीं है। आप अपने आप को बहुत बड़े आलिम और अपने आप को अक्ले गुल समझते हैं। मैं आपको कुछ नहीं कह सकता, बस इतने अल्फाज आपके लिए बहुत होंगे, आप मेरे बड़े हैं। मैं आपसे रिक्वेस्ट करूंगा इसको मज़हब के साथ टच ना किया करें। जो गाली गलौज करता है वो आपकी जमात में भी नहीं है, और जिस जमात में हम हैं उसमें भी वो नहीं है, ठीक है? बेशक वो गैरस जमात हो या अहमदी हो, वो उसका कोई मज़हब से ताल्लुक़ नहीं है। गाली देने वाला इस्लाम में है ही नहीं। बलोच साहब आपने मज़हब पढ़ा ही नहीं, आपके बड़ों ने एक दूसरों की दाढ़ियाँ खींच के सब किया हुआ है एक दूसरे के ऊपर, तो आप कौन सी बात कर रहे हैं? आप अपने बड़ों की जाके हिस्ट्री पढ़े। सर मैं आपके साथ बात कर रहा हूँ। आ जाते हैं मुंह उठा के, हिस्ट्री पढ़ते नहीं है आप लोग। ठीक हो गया, ठीक हो गया, मैं मुंह उठा के आ गया हूँ, आप तो मुंह उठा के बैठे हुए हैं। आपका न मुंह है ना, मैं अब क्या बोलूँ, आप मेरे से जी आप कह रहे हैं कि जी जो गालियां निकालते हैं उनको नीचे फेंक दो। आपके बुजुर्गों ने एक दूसरों की दाढ़ियां खींच के एक दूसरे के ऊपर शब किया हुआ है, उसका क्या करेंगे? वो देखिए सर, मेरी आपके साथ बात हो रही है या आप ओनर हैं टिकटॉक के? चाहे नहीं बात हो रही, लेकिन आप गलत बात कर रहे हैं ना, ये तो चलता है, ये कोई नई चीज तो नहीं है। लेकिन सर मैं आपके साथ बात नहीं अगर आपको पसंद नहीं है अपने घर बैठ जाए, ताला लगा के बाहर नहीं। मुझे पसंद है, मुझे पसंद है आपकी बातचीत, मैं ये नहीं कह रहा। उसको इस्लाम के साथ क्यों टच कर रहे हो या मजहब के साथ क्यों टच कर रहे हो? एक दूसरे को गालियां दे रहे हैं, अपने 2 मिनट उतार दे नीचे, आप खुद ही सीधे हो जाएंगे। अगर सीधे नहीं होते तो उसको, ये औकाब भाई ने भी कई बार कहा है, ये देखें अहमदियों को देखें जी, मैं दिखाना चाहता हूँ, मैं दिखाना, क्या दिखाना चाहते हो यार?
नासिर भाई आप क्या दिखाना चाहते थे? हाँ तो वो जमात एक का मिनट नाम भाई, एक लेके मिनट, वो जमात एक का मिनट नाम औकाफ नहीं, अपना आपने काफी देर बरियाम बात साहब, की मैंने है, आपको कई बार कहा है, आगे बात बरियाम भी साहब सुन लो। आप मैं एक बात करके गया था, आपको पता है लास्ट बार मैंने कहा था बरियाम साहब मैं जा रहा हूँ, पर एक बात याद रखना, जिसे ज़मीर ना माने उसे सलाम ना कर। मैं उसके बाद नहीं आऊँगा आपके पास, मैंने यही कहा था। आज मैं इसलिए आया हूँ कि आप मेरे अकीदे और इस्लाम के साथ कोई ऐसी बात मंसूब कर रहे हैं, किसी मजहब के साथ कोई ताल्लुक नहीं गाली एक देने वाले का। सेकंड, गुस्ताख अगर बलोच भाई देखिए अब आपकी आपने बात ये पूरी बात हो की गई है, है, बरियाम साहब एक सेकंड मुझे पता है। बलोच भाई जिस वक्त नासिर ने जो बट था आपको जिसने गालियां निकाली थी जब आप नीचे से गुजर रहे थे, तो आपको गालियां उसने निकाली थी, तो आपने 10 दिन बराड़ लगाई थी उसकी गालियों के ऊपर, फिर मैंने आपकी जान छुड़वाई थी, याद है आपको? जी मैं आपको बता दूं, एक मिनट, मेरे पास वो लोगों को नहीं पता था मैं जमाते अहमदिया से हूँ या किधर और से हूँ। नासिर भट्ट साहब का लोगों को पता था। सुन लीजिएगा औकाब भाई, आप कहाँ से थे? औकाब भाई एक मिनट सुन ले प्लीज। नहीं आप कौन हैं? आपसे रिक्वेस्ट है, आपसे रिक्वेस्ट है, आपके आगे हाथ जोड़ के कहता हूँ यार, कोई इसको भाई है ना यार, इसको रोके तो सही 2 मिनट यार। मुझे सब बच्चों सब की कहानियां याद है, मुझे नहीं, इसको कोई भी नहीं रोकेगा, सिर्फ बंदूकें चलानी छोड़ी हुई हैं। बल्कि औकाब साहब इसमें मुझे इन्होंने मुंसफ भी आपसे रिक्वेस्ट है नासिर भाई, आपसे रिक्वेस्ट मैं आपकी जान छुड़ा के आया था भट्ट साहब से, याद है आपको? नासिर भाई थोड़ा सा आप में हया और शर्म है तो इसको रोके, मैं आपको रिक्वेस्ट कर रहा हूँ। हाय शर्म आ गई ना, क्योंकि मैं तब बच्चों तुमको सबको जानता हूँ औकाब भाई कितने पानी में। अच्छा अब आपने बात कर ली, रुकेंगे कर रहा पिया सी ना, सेम सलूक तू इस बंदे ना कर रहे हैं, नहीं मुनासिब। हाँ भाई ये देखिए मेरी बात सुने, अब मेरी सुनेंगे नहीं, मेरी सुनेंगे नहीं। नासिर भट्ट साहब ने मुझे गाली दी थी, करें बात आप। जी नासिर भट्ट साहब ने मुझे गाली दी थी, और मैंने आज तक मेरे पास इतने लोग आए थे उनको नहीं पता था मैं जमाते अहमदिया से हूँ, वो कहते थे यार मिर्जाई ये है, और मैंने कहा ओए थल्ले उतर, मेरे मतलब का तू नहीं है, तू मजहब को टच कर रहा है, चल नीचे उतर। भट्ट साहब के साथ मेरी लड़ाई है, भट्ट साहब के साथ आपकी लड़ाई है, आप बैठो मेरे साथ बात करनी है करो भट्ट साहब के साथ। मैंने आज तक कभी किसी को ऊपर बिठा के गाली नहीं दिलवाई, और ना ही किसी को चेहरा दिखाने की कोशिश की, आईना दिखाने की कोशिश की है। ये देखें इसका शक्ल देखें जी, ये जमात अहमदिया से कोई ताल्लुक नहीं रखता, ये है वो। और यार आप कौन होते हो किसी का फैसला करने वाले? आपकी औकात क्या है? सही गल है। बुलाओ साहब सुने, जिस इंसान ने ब्रॉड लगाई होती है ना, ये किस्म का ये घर, हम जब किसी के घर जाते हैं ना, तो उसके घर का जो मालिक होता है ना, उसने अपने घर के कस्टम ट्रेडिशन वैल्यूज हर चीज़ सेट की होती है। आपने अपनी बात पहुंचा दी नासिर साहब तक, ठीक है, हमने अप्रिशिएट किया, आपको टाइम दिया। अब आपको कोई हक नहीं पहुंचता कि इनको लेक्चर दें, ये करें वो करें। आपको नहीं पसंद तो मत आए यहाँ, सिंपल। अब आपने जो बात की वो लॉजिकल थी, अच्छी की, वो सुनी हमने। अब मज़ीद तकरीर ना करें प्लीज। देखे चौधरी साहब, मैं नहीं आऊंगा, आपको मैं इतना कहना चाहता हूं, एक मिनट भाई मुझे भी बात कर लेने दे, एक मिनट मुझे भी बात कर लेने दे। चौधरी साहब देखे मैंने ब्रॉड लगाई हुई है ना, आयत लगाई हुई है, मैं शुरू से यानी कि यही करता हूँ, कोई ना कोई टॉपिक लगाता हूँ या आयत लगाता हूँ, या कभी हजरत मसीह मौद अलैहिस्सलाम की तस्वीर लगा दी, जो मेरा दिल चाहे मैं लगा लेता हूँ, ठीक है। मेरे पास ये कुछ ही है। ये अभी फाइटर की ब्राड पे जाके बैठते हैं, साफ उन्होंने लोगों के काबरों की तस्वीरें बिगाड़ के लगाते हैं, उनकी तहरीरें बिगाड़ के लगाते हैं, और कार्टून बना के लगाते हैं, और मुझे सीधी वहां पे गालियां दे रहे होते हैं। कभी इन्होंने वहां पे बात उठाई है, और वो कह रहे होते हैं कि हम अहमदी हैं, और यानी कि दूसरे जो गैर अहमदी हैं उनको गालियां दे रहे हैं, वो कह रहे हैं कि वो अहमदी हैं। तो हम ना यानी कि ये सामने करें कि भाई ये अच्छा जी गाले जमात में ये गंद नहीं है ऐसा। देखो ये सारियां नु पता है ना भाई एक मिनट, ये मेरे साथ बात तो बरियाम साहब आपने मुझे कभी उसकी एक मिनट भाई, एक मिनट, सॉरी माजरत चाहता हूँ, आपसे रिक्वेस्ट करता हूं, मैं क्यों करूं, वो मेरी साथ में कर रहे हैं। बरियाम साहब आपने कभी मुझे फाइटर की ब्रोड देखा है? मैंने अल्लाह ताला पे छोड़ा हुआ है, मैंने आज आपको बताई है ना बात। एक मिनट यार, एक मिनट सुन लेना। मैं कहता हूँ मैं जिस खानदान से हूँ उसने मुझे एक बार गाली दी है। बात की थी आपने, पूरा महीना वो सामान टिकटॉक सर पे उठाया हुआ था, हर ब्राड पे जाके मैंने आज भी अपने पास सेव रखी हुई है। मैं जब भी मेरा दिल करता है ना,
اور صبح میں صبح کہتا ہوں سب جب سے بھی میرا پہلے دل کرتا عقاب نا کو اٹھاتا تھا، سب سے پہلے عقاب کو اٹھاتا تھا، گیسٹ جو ہے نا آپشن صرف عقاب کی کی سی سب کہ سے اوپر انہوں دی ہوتی ذات تھی اور تے گل کوآرڈینیٹر کیتی بھی تو سی. میں نے عقاب کو کہا ہے بنایا آپ کو ہوا تھا۔ او اور عقاب بھائی عقاب جو تھا میں نے کہا وہ تھا جب ادھر لوگوں کو ناصر چہرہ بٹ دکھاؤ، کی جناب چیتھڑے اڑاتا تھا نا تو بلوچ بڑا اندر سے تم خوش ناصر ہوتا بٹ تھا کی کہ یار ایک چیتڑے بندہ ہے جو میرے ساتھ کھڑا ہے، ٹھیک ہے؟ میری بات سنو عقاب وہی ہو نا بھائی، میں نے عقاب، کبھی آپ کو وہی ہو نا تم اب بلوچ، سن تو لو نا، کوئی اور تو نہیں ہو آپ جب نے روتے تھے؟ او عقاب بھائی، یاد ہے تمہاری عقاب کوئی بھائی کسی سنتا اور نہیں کی تھا بھی تو سن میں نے لینا۔ سنی تھی بات، یاد ہے نا؟ اچھا مجھے یہ بتاؤ اچھا مجھے چلو لوگ اس گالی دے معاملے کے جاتے تھے جماعت احمدیہ کے، میں نے کبھی کہا تھا یار یہ شاباش، دیکھیں جماعت احمدیہ کا جائیں بندہ ہے، بچے میں نے کہا اپنا دیکھو اپنا تھوڑی سی قبلہ عقل درست کرو کریں، یار، مجھے تھوڑی نہ سی آ کے عقل کرو، لیکچر دیں، تمہارے میں تو نہیں، ہمارے میں ہے تھوڑی سی ہمیں عقل۔ نہ لیکچر دیں، اپنا نہیں قبلہ میں نہیں درست کریں کہتا، جا کے۔ میں نہیں کہتا، میں کہتے اپنے تھے آپ اپنے اپنی آپ جماعت کو کے بھول لیے میں گئی جان باتیں. مال قربان کر کے بیٹھا ہوں، آپ کی طرح نہیں ہوں آپ یہ کہ بات عقل نہ نہیں ہو، نہیں بھائی ایسا جان نہیں جناب، نہیں بالکل ایسا موجہ ہی موجہ تم گال سنو ہاں گال سنو دیکھو جان مال ਇਹ ਹਰ ਬੰਦੇ ਨੂੰ ਪਤਾ ਹੈ ਕਿ ਕੋਈ ਬਾਈਬਲ ਵਿੱਚ ਗਾਲਾਂ ਨਹੀਂ ਲਿਖੀਆਂ, ਹਰ ਬੰਦੇ ਨੂੰ ਪਤਾ ਹੈ ਕੁਰਾਨ ਵਿੱਚ ਕੋਈ ਗਾਲਾਂ ਨਹੀਂ ਲਿਖੀਆਂ, ਠੀਕ ਹੈ? ਸੋ ਨਾ ਇਸਲਾਮ ਵਿੱਚ ਗਾਲ ਲਿਖੀ ਹੈ, ਨਾ ਹੀ ਕ੍ਰਿਸਚੀਅਨਟੀ, ਕਿਸੇ ਮਜ਼ਹਬ ਵਿੱਚ ਗਾਲਾਂ ਕੋਈ ਨਹੀਂ ਲਿਖੀਆਂ, ਹਰ ਬੰਦੇ ਨੂੰ ਪਤਾ ਹੈ। ਲੇਕਿਨ ਜਿਸ ਵੇਲੇ ਕੋਈ ਸ਼ਖਸ ਗਾਲਾਂ ਕੱਢਦਾ ਹੈ ਨਾ, ਉਹਨੂੰ ਸਿਰਫ ਆਇਨਾ ਵਿਖਾਉਣ ਵਾਸਤੇ, ਉਹਦੀ ਸਲਾਹ ਵਾਸਤੇ ਬੰਦਾ ਇਹ ਤਰੀਕਾਕਾਰ ਇਸਤੇਮਾਲ ਕਰਦਾ ਹੈ ਕਿ ਯਾਰ ਇਹ ਮਾਂ-ਬਾਪ ਦੀ ਤਾਲੀਮ ਪੇਸ਼ ਕਰ ਰਿਹਾ ਹੈ, ਜਾਂ ਇਹ ਆਪਣੇ دین ਦੀ ਤਾਲੀਮ ਪੇਸ਼ ਕਰ ਰਿਹਾ ਹੈ, ਜਾਂ ਇਹ ਆਪਣੇ ਮਜ਼ਹਬ ਨੂੰ ਵੇਖੋ ਕਿਸ پھر ਤਰ੍ਹਾਂ بیچ پہ میں لے آئے یار، یہ بات دین کی آپ تعلیم نے کہاں سے یار لے کے آ اگلے جاتے بندے ہو آپ؟ بالکل ہوندی گالی دینے والا یا دین کی تعلیم لے کے آ جاتے ہو یار، آپ کو تھوڑی سی بھی گالی عقل دینے نہیں والا ہے یا یار۔ تو پھر اعلان کرے نا کہ میرا کوئی تعلق نہیں دین گالی بھائی گالی دینے والا کیسے اعلان کرے؟ گالی تو دینے والا اعلان آپ کرے مانتے گالی، ہیں کسی مذہب کے ساتھ اس کا تعلق ہے؟ کسی میں عقیدے کے مندا ساتھ اس کا کوئی تعلق بالکل نہیں ہے۔ میں اللہ اور مندا اللہ کے رسول کی عبادت کرتا ہے تو ایسا نہیں کرے گا، وہ ایسا کہ نہیں کرے نہ گا، ان کی تعلیم یہ نہیں ہے بھائی، اللہ کی تعلیم یہ ہے گالی دینا، اس الفاظ کو عقیدے کے مختلف ساتھ ہیں، جوڑ رہے ہیں آپ۔ الفاظ مختلف ہیں، ہم بھی یہی اسے کہتے ہیں کہ جو تم بات پیش کر رہے ہو یہ آپ کی تعلیم نہیں، غور کرو، اس یہ کے صرف جانے کے الفاظ بعد یہ بھی مختلف ہیں۔ کہتے ہو یہ اس مذہب سے تعلق رکھتا تھا، اس کی تعلیم یہ ہے، یہ تھوڑی سی عقل کرو یار، بالکل بچہ نہ یہ بناؤ مجھے، میں ادھر بیٹھا ہوا ہوں، میں صبح سے دیکھ رہا ہوں آپ لوگوں کا تماشا یار، ایسا نہ کرو۔ ویسے تو میری آپ کے ساتھ کوئی لینا دینا نہیں ہے، آپ سے ریکویسٹ ہے، میں نے جن کو سنانی تھی وہ سنا دی ہے، اور جن کو آئینہ دکھانا تھا وہ دکھا دیا ہے۔ ٹھیک ہے پھر ہاں مزید بحث کرنے کا کیا ارے فائدہ؟ آئینہ ہی ایک دوجے نو بخائی جاؤ، بس ایک بات یہ اپنا نہ کر کے ویکھو جاؤں گا چہرہ۔ عقاب بھائی، عقل نہ ہو تو موجہ ہی موجہ، وہ سنا ہوا ہے آپ نے کہ نہیں بالکل سنا ہوا؟ بالکل، سنا دھول ہوا ہے تو چہرے پر ٹھیک ہے، پڑی آپ ہوئی تھی تو سن آئینہ لیں، صاف دوبارہ کرتے پھردے سن لیں ہیں، اگر سننا ہے تو۔ گناہ آئینہ دے کٹ دینے۔ سارکیسٹک وے میں اصلاح جو ہے وہ بندے کسی طرح ہوتی کہ اس کو یہ کہا جائے کہ تم اپنے ماں باپ کی تعلیم پیش کر رہے ہو یا تم اپنے اکابر کی تعلیم پیش کر رہے ہو، تاکہ اس کو شرمندگی ہو اپنے کیے پہ، وہ آئندہ سے نہ کرے۔ دس دے اردو چ بھی نال دس دے سارکیسٹک دا مطلب کی ہوندا ہے؟ مطلب طنز میں اردو نال دسی جائے اگر یار، طنز میں نا، طنز میں اسی طرح ہوتی ہے۔ ایسا نہیں بھائی جان، ہم سب ابن آدم وعلیکم ہیں۔ السلام یونیورسل بھائی، تہاڈی ہاں آواز بڑی یونیورسل گھٹ آ بھائی رہی آئے ہے۔ ہوئے ہیں بڑی دیر کے۔ جس طرح کوئی شخص کہتا ہے، جس ایک طرح منٹ آتے یار ساتھ بھگوان خدا برادر دا نا منو تے اسلام پتہ تے ہے، رہن دے۔ السلام علیکم ورحمۃ اللہ، یونیورسل بھائی کیا حال ہے؟ ٹھیک ہے الحمدللہ، شکر اللہ کا، تسی سناؤ ٹھیک ٹھاک ہو؟ میں نا عقاب صاحب تہاڈے ਲਈ ਸਪੈਸ਼ਲੀ ਆਇਆ ਹਾਂ ਬੁਲੇ ਸਾਹਿਬ ਲੈ ਜਿਹੜੇ ਮਜਬਾ ਵਾਲੇ ਲੜ ਮਾਰਦੇ ਹੱਥ ਦੀ ਬਾਤ ਮੂੰਹ ਨਹੀਂ ਮਾਰਦੇ یا پچھلا تھوڑا گھٹ کرو تے یا رہن ہی دیو۔ پیچھے کام بڑا تیز ہے نا تہاڈا۔ اچھا میں یہ کہہ رہا سی، جس طرح بلوچ صاحب نے آمدین کیا ہے نا کہ ناصر صاحب آپ کوئی عقل کل نہیں ہیں، ٹھیک، یہ سارکیسٹک وے ہے، طنز یہاں اصل جو یہی کہہ رہے سن کہ ناصر صاحب تسی جڑا ہے وہ اپنے آپ نو عقل کل سمجھدے ہو، لیکن تسی عقل کل نہیں ہو۔ وہ نکے نکے بچے آن کے ناصر صاحب نو کر رہے نے ٹچکراں کہ ناصر صاحب تسی پٹھے پاسے جا رہے ہو، صحیح پاسے آ جاؤ۔ میں کہا دس یار کوئی گل ہے کرن والی، نکے بچے چھوٹے۔ ہاں اسی طرح اگر کوئی کہندا ہے کہ بھائی جان ہے جڑی تسی تعلیم پیش کر رہے ہو، یہ تسی جماعت دی پیش کر رہے ہو، ہرگز وہ مقصد تے نہیں نا ہے، وہ پیا کہندا ہے اصل وچ جماعت دی ہر کتاب وچ گالاں لکھیاں نے، زیادہ اتوں پڑھدے نے، تعلیم حاصل کردے نے، 7-8 سال دا کورس کردے نے، پھر ٹک ٹاک تے آ کے گالاں کڈدے نے۔ وہ مقصد صرف یہی ہوندا ہے کہ بھائی جان تھوڑا دھیان مارو اپنا۔ بھگوان ایک میری گل یاد رکھی، اسی جیڑا بھی بیڑا اٹھایا ہے نا،
ਉਹ ਬੇੜਾ ਮੈਂ ਪੱਕਾ ਮੋਢਿਆਂ ਦੇ ਉੱਤੇ ਉਠਾਇਆ। ਜੇ ਕਾਬ ਨੇ ਗਾਲਾਂ ਛੱਡੀਆਂ ਨੇ ਨਾ ਤੇ ਛੱਡਣੀਆਂ ਇਹਨਾਂ ਨੂੰ ਵੀ ਪੈਣਗੀਆਂ। ਇਹ ਗੱਲ ਜ਼ਿਹਨ 'ਚ ਰੱਖੀ, ਅਗਰ ਨਾ ਛੱਡੀਆਂ ਕੋਈ ਵੀ ਤੇ ਕਾਬ ਨੇ ਨਾ ਵਟਾ ਦੇਈ। ਇਹ ਗੱਲ ਜ਼ਿਹਨ 'ਚ ਰੱਖੀ। ਸਾਡੀਆਂ ਛਡਾਂਦਾ ਤੂੰ ਫੇਰ ਨਾ ਸ਼ੁਰੂ ਹੋ ਜੀ। ਮੈਂ ਕਰੀਬ ਲਾਈਵ ਆਉਣ ਲੱਗਾ ਵਾਂ ਤੇ ਲਾਈਵ ਆਣ ਕੇ ਐਲਾਨ ਕਰਨ ਲੱਗਾ ਵਾਂ ਕਿ ਜਿਹੜਾ ਜਮਾਤ ਅਹਿਮਦੀਆ ਦਾ ਬੰਦਾ ਆਡੀਓ ਦੇ ਉੱਤੇ ਚੱਲਦਾ ਪਿਆ ਪਹਿਲੇ ਨੰਬਰ ਦੇ ਉੱਤੇ ਸਾਡਾ ਅਹਿਮਦੀ ਭਾਈ ਨਹੀਂ ਹੈ ਕੋਈ ਵੀ। ਉਹ ਝੂਠ ਮਾਰਦਾ ਪਿਆ, ਯਹੂਦੀ ਹੈ, ਸੁੰਨੀ ਹੈ, ਵਹਾਬੀ ਹੈ, ਸ਼ੀਆ ਹੈ, ਸਾਨੂੰ ਨਹੀਂ ਪਤਾ ਕੌਣ। ਨਹੀਂ ਤੇ ਤੂੰ ਲਾਈਵ ਨਹੀਂ ਹੈਗਾ, ਤੇਰੀ ਲਾਈਵ ਨਹੀਂ ਹੈ ਨੰਬਰ ਨਾਲ ਆਵਣ ਹੈ ਤੇਰੀ ਲਾਈਵ ਨਹੀਂ ਹੈ, ਤੂੰ ਲਾਈਵ ਨਹੀਂ ਹੈਗਾ। ਦਾ ਨੰਬਰ ਲਾਣ ਸਮਝ ਲੱਗੀ ਜੇ, ਨਾਲ ਆਪਣਾ origignal ਨਾਮ ਲਾਣ, ਠੀਕ ਹੈ। ਫੇਰ ਆਣ ਕੇ ਆਖਣਗੇ ਅਸੀਂ ਜਮਾਤ ਅਹਿਮਦੀਆ ਦੇ ਬੰਦੇ ਆ ਤੇ ਫੇਰ ਅਸੀਂ ਮੰਨਾਂਗੇ, ਵਰਨਾ ਕਿਸੇ ਬੰਦੇ ਨੂੰ ਅਸੀਂ ਜਮਾਤ ਅਹਿਮਦੀਆ ਦਾ ਬੰਦਾ ਤਸਲੀਮ ਟਿਕਟੋਕ ਦੇ ਉੱਤੇ ਨਹੀਂ ਕਰਾਂਗੇ, ਠੀਕ ਹੈ। ਨਹੀਂ ਕਾਬ ਅਹਿਮਦ ਮੈਨੂੰ ਇਹ ਗੱਲ ਦੱਸ ਕਿ ਕਿਆ ਇਹ ਬਰਾੜ ਤੇਰੀ ਨਹੀਂ, ਤੂੰ ਇੱਥੇ ਲਾਈਵ ਨਹੀਂ ਆ? ਉਹ ਆਡੀਓ ਵਾ ਨਾ, ਆਡੀਓ ਵੀਡੀਓ ਆਵਨਾ ਕਰਨਾ ਹੈ, ਵੀਡੀਓ ਆ। ਅੱਛਾ ਜੀ ਇਹ ਗੱਲ ਹੈ ਨਾ, ਇਹ ਹਰ ਉਸ ਬੰਦੇ ਦੀ ਬਰਾੜ ਹੈ ਜਿਹੜਾ ਹੱਕ ਦੇ ਉੱਤੇ ਗੱਲ ਕਰੇਗਾ, ਜਿਹੜਾ ਹੱਕ ਦੀ ਗੱਲ ਕਰੇਗਾ, ਇਹ ਹਰ ਉਸ ਬੰਦੇ ਦੀ ਬਰਾੜ ਹੈ। ਮੇਰੇ ਖਿਲਾਫ ਆਮਣੇ ਸਾਹਮਣੇ ਵਿਰਾਮ, ਹੁਣ ਗੱਲਾਂ ਆਮਣੇ ਸਾਹਮਣੇ ਬਹਿ ਕੇ ਇੰਜ ਨਹੀਂ। ਮਾਖੌਲ ਭਾਈ ਆ ਗਏ। ਅੱਛਾ ਫਿਰ ਇਹ ਜਿਹੜੀ अस्सलाम वालेकुम जी, की हाल है जी? ਤੇ ਵੇਖ ਲੈ ਮੇਰਾ ਵੀ ਤੇ ਨਾਸਰ ਭਾਈ ਦਾ ਵੀ ਅਸਲੀ ਨਾਂ ਲਿਖਿਆ ਹੋਇਆ ਤੇ ਤਸਵੀਰ ਵੀ ਅਸਲੀ ਹੈ। ਜੀ ਜੀ ਮੇਰਾ ਵੀ ਅਸਲੀ ਹੈ, ਮੇਰਾ ਬਸ ਪਿਛਲੇ ਪਾਸੇ ਇੱਕ ਹੋਰ ਲੱਗ ਜਾਏਗਾ ਨਾਲ, ਟੈਨਸ਼ਨ ਨਾ ਲਵੋ। ਹੁਣ ਅੱਗੋਂ ਤੇ ਇਹ ਨਾ ਕਿ ਨਾਲ ਤਜਦੀਦ ਨੰਬਰ ਵੀ ਦਿਓ। ਨਹੀਂ ਇਹ ਅਕਾਬ ਅਹਿਮਦ ਨਾਲ ਹੀ ਰਹੇਗਾ, ਇਹਦੇ ਨਾਲ ਇੱਕ ਹੋਰ ਨਾਲ ਲੱਗ ਜਾਏਗਾ, ਉਹ ਤੁਸੀਂ ਆਪਣੇ ਤਖਯਲ ਦੇ ਵਿੱਚ ਸੋਚਦੇ ਰਹੋਗੇ ਕੀ ਹੈ। ਵਰਿਆਮ ਭਾਈ ਬਿਲਕੁਲ ਅੱਛੀ ਜਿਹੜਾ ਤਰਫ ਤਵੱਜੋ ਦਵਾਈਏ। ਕੀ ਨਾਂ ਹੈ ਬਨੀ ਇਸਰਾਈਲ ਤੇਰਾ? ਥੈਂਕ ਯੂ ਯਾਰ। ਹਾਂ ਵਰਿਆਮ ਉਕਾਬ ਸਾਹਿਬ, ਕੱਲ ਤੋਂ ਹੁਣ ਮੈਂ ਜਾ ਕੇ ਅਹਿਮਦੀਆਂ ਦੀ ਬਰਾਡਾਂ ਤੇ ਉਹਨਾਂ ਕੋਲੋਂ ਸਵਾਲ ਪੁੱਛਣਾ ਹੈ, ਕਿਆ ਤੁਸੀਂ ਮਿਰਜ਼ਾ ਸਾਹਿਬ ਦੀ ਬੀਵੀ ਹੋ? ਤੁਹਾਨੂੰ ਮਿਰਜ਼ਾ ਸਾਹਿਬ ਦੀ ਬੀਵੀ ਆ। ਉਮਤ ਨਬੀਆਂ ਦੀ ਬੀਵੀ ਹੁੰਦੀ ਹੈ। ਉਹ ਮੈਂ ਜਨਾਬ ਇਹਨਾਂ ਨੂੰ ਇਹ ਵੀ ਨਹੀਂ ਉਮਤ ਨਬੀ ਦੀ ਬੀਵੀ ਹੁੰਦੀ ਹੈ। ਹਾਂ ਉਮਤ ਨਬੀ ਦੀ ਬੀਵੀ ਹੁੰਦੀ ਹੈ। ਇਹ ਜਨਾਬ ਹੁਣ ਜਿਹੜਾ ਕੱਲ ਮੈਂ ਦੁਬਾਰਾ ਪੁੱਛਣਾ ਸਾਰਿਆਂ ਨੂੰ ਵਾਰੀ ਵਾਰੀ। ਅਗਰ ਅਸੀਂ ਉਮਤੀ ਹੈਗੇ ਤੇ ਫਿਰ ਅਸੀਂ ਬੀਵੀ ਹੋਏ ਨਾ ਮਿਰਜ਼ਾ ਸਾਹਿਬ ਦੀ। ਵਾਹ ਰਿਕਾਰਡਿੰਗ ਕਰ ਲਓ, ਕੱਲ ਕੰਮ ਪੈ ਗਿਆ, ਰਿਕਾਰਡਿੰਗ ਕਰ ਲਓ ਨਾਦਰ ਸਾਹਿਬ ਦੀ। ਇਹ ਨਵਾਂ ਕੰਮ ਪੈ ਗਿਆ ਨਾਸਰ ਸਾਹਿਬ। ਮਾਮਾ ਜ਼ਾਹਦ ਜਾਨ ਦੇ ਗੁੱਸੇ ਨੂੰ। ਅੱਛਾ ਮਜ਼ੇ ਦੀ ਗੱਲ ਹੈ, ਮਿਰਜ਼ਾ ਸਾਹਿਬ ਵੀ ਕਹਿੰਦੇ ਨੇ ਮੈਂ ਉਮਤੀ ਵੀ ਆ ਤੇ ਨਬੀ ਵੀ ਆ। ਗਾਲੀਆਂ ਸੁਣੂਗਾ ਜਾਨ ਦੇ ਮੁਹੰਮਦ ਜ਼ਾਹਿਦ। ਅੱਛਾ ਨਹੀਂ ਹੈ, ਮੈਂ ਇਹਨਾਂ ਨੂੰ ਕੱਲ ਪੁੱਛਾਂਗਾ। ਇਹ ਜਿਹੜਾ ਮੈਨੂੰ ਟੱਕਰਨਾ ਨਾ ਮੈਂ ਉਹਨੂੰ ਪੁੱਛਣਾ। ਹਾਂ ਬਾਈ ਨਾਸਰ ਸਾਹਿਬ ਇੰਜ ਕਹਿ ਰਹੇ, ਕੀ ਮੌਕਫ ਹੈ ਤੁਹਾਡਾ? ਹੁਣ ਮੈਨੂੰ ਲੱਗਦਾ ਹੁਣ ਜਿਹੜਾ ਨਾ ਹੁਣ ਆਖਣਗੇ ਅਗਰ ਕਹਿ ਰਹੇ ਤੇ ਉਹਨਾਂ ਤੋਂ ਵਜ਼ਾਹਤ ਤਲਬ ਕੀਤੀ ਜਾਏਗੀ। ਕੀ ਪਤਾ ਹੈ ਉਹ ਸਹੀ ਕਹਿ ਰਹੇ ਹੋਣ, ਅਸੀਂ ਉਹਨਾਂ ਤੋਂ ਡਿਸਐਗਰੀ ਕਰ ਸਕਨੇ ਹਾਂ ਲੇਕਿਨ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੇ। ਮੇਰਾ ਦਿਲ ਮਹੀਨਾ ਕੋ ਪਾ ਕੇ ਦੇਣਾ ਨਾ ਫਿਰ ਪੁੱਛਣਾ। ਨਹੀਂ ਮੈਂ ਹੋਰ ਬਥੇਰੀਆਂ ਚੀਜ਼ਾਂ ਦਵਾਂਗਾ, ਤੁਸੀਂ ਫਿਲਹਾਲ ਇੱਥੇ ਚੱਲੋ, ਕੁਛ ਨਹੀਂ ਹੁੰਦਾ, ਬਥੇਰਾ ਕੁਛ ਹੈ। ਪਿੱਛੇ ਲੁਕੇ ਨੇ, ਲੁਕ ਕੇ ਕੋਈ ਭੱਟੀ ਬਣਿਆ, ਕੋਈ ਮਾਜੂ ਬਣਿਆ, ਕੋਈ ਜੱਗਾ ਬਣਿਆ, ਕੋਈ ਕੁਛ ਬਣਿਆ, ਕੋਈ ਕੁਛ ਬਣਿਆ। ਇਹ ਸਭ ਖੇਡਾਂ ਜਿਹੜੀਆਂ ਨੇ ਨਾ ਭਗਵਾਨ ਸਾਹਿਬ, ਪਰਦਾ ਜਿਹੜਾ ਸਪਣੀ ਦਾ ਚੁੱਕਿਆ ਜਾਣ ਲੱਗਾ, ਠੀਕ ਹੈ। ਕਿਉਂਕਿ ਇਹ ਦੁਕਾਨਾਂ ਜਿਹੜੀਆਂ ਚੱਲ ਰਹੀਆਂ ਨੇ, ਇਹਨਾਂ ਦੁਕਾਨਾਂ ਨੂੰ ਇਹ ਦੁਕਾਨਾਂ ਮੁਕੰਮਲ ਤੌਰ ਤੇ ਓਪਨ ਹੋਣਗੀਆਂ, ਠੀਕ ਹੈ। ਔਰ ਸਾਰੇ ਬੰਦੇ ਆਪਣੇ ਆਪਣੇ ਕਿਬਲੇ ਦਰੁਸਤ ਕਰਨ ਦਾ ਟਾਈਮ ਆ ਚੁੱਕਿਆ। ਨਵੀਂ ਜ਼ਮੀਨ ਤੇ ਨਵਾਂ ਸਮਾਨ ਬਣਨ ਜਾ ਰਿਹਾ। ਅਗਰ ਅਕਾਬ ਗਾਲਾਂ ਛੱਡ ਸਕਦਾ ਤੇ ਇਹ ਸਾਰਿਆਂ ਨੂੰ ਛੱਡਣੀਆਂ ਪੈਣਗੀਆਂ, ਵਰਨਾ ਟਿਕਟੋਕ ਜਿਹੜੀ ਹੈ ਉਹ ਖਤਮ ਕਰਵਾ ਦਿਆਂਗਾ ਚਾਈਨਾ ਦੇ ਨਾਲ। ਮੇਰੀ ਗੱਲ ਹੋਈ ਹੈ। ਵਾਹ नहीं किसे थल्ले किसे बड़ा अच्छा कमेंट लिया, उस आख्या उकाब ने जब से नासिर साहब की बैत की है गालियां दे नहीं रहा खा रहा है। ये भी बेल है, मजा है ना, कैसी गल है। ਅਕਾਬ मैं जदों दा टिकटॉक ते आया मैं गालां ही पिया खाना। मैं क्या साडियां गालां छडांदा अपनी आना शुरू कर दी। नहीं नसरुल्ला साहब ਉਹ ਜਿਹੜਾ ਕੀੜਾ ਨਾ ਉਹ ਹਕੀਕੀ ਤੌਰ ਦੇ ਉੱਤੇ ਮੈਂ ਮਾਰਿਆ, ਠੀਕ ਹੈ। ਹੁਣ ਮੈਨੂੰ ਕੋਈ ਕਰੋੜ ਗਾਲ ਵੀ ਕੱਢੇ ਨਾ ਤੇ ਮੈਂ ਮੇਰਾ ਭਰਾ ਗੱਲ ਨਾ ਕਰ, ਦੁਨੀਆ ਬੜੀ ਜ਼ਾਲਮ ਹੈ। ਨਹੀਂ ਜਿੱਡੀ ਮਰਜ਼ੀ ਜ਼ਾਲਮ ਹੋ ਜੇ,
ਕੋਈ ਮਸਲਾ ਹੀ ਨਹੀਂ ਨਸਰੁੱਲਾ ਸਾਹਿਬ, ਇਹ ਟਾਈਮ ਖਤਮ ਹੋ ਗਿਆ ਹੁਣ, ਫਿਨਿਸ਼। ਨਹੀਂ ਵਾਕਈ ਸਹੀ ਗੱਲ, ਬੰਦਾ ਇਰਾਦਾ ਕਰ ਲੈਣਾ ਨਸਰੁੱਲਾ ਭਾਈ ਨਹੀਂ ਗਾਲ ਕੱਢਦਾ, ਸੋਚੋ ਵੀ ਨਾ। ਹਾਂ ਕੋਈ ਗਲਤੀ ਜਿਤਨੇ ਆਂਦੇ ਜਿਤਨੇ ਇਤਰਾਜ਼ ਕਰਦੇ ਕਿ ਤੂੰ ਗਾਲਾਂ ਕੱਢਦਾ ਇਹਨਾਂ ਨੂੰ ਜਦੋਂ ਸਬੂਤ ਮੰਗੇ ਇਹਨਾਂ ਕੋਲ ਕੋਈ ਲੇਕਿਨ ਸਬੂਤ। ਮੈਂ ਇਹ ਕੋਸ਼ਿਸ਼ ਜਿਹੜੀ ਹੈ ਨਾ, ਕੋਸ਼ਿਸ਼ ਨਸਰੁੱਲਾ ਸਾਹਿਬ ਉਹ ਹੱਤਲ ਵਸਾ ਇੰਨੀ ਕੁ ਕੀਤੀ ਹੈ ਕਿ ਸਮਝ ਲਵੋ ਕਿ ਮੈਂ ਆਪਣੇ ਜ਼ਿਹਨ ਦੇ ਵਿੱਚ ਮਾਈਂਡ ਬਣਾਇਆ ਕਿ ਅਗਰ ਮੈਨੂੰ ਕੋਈ ਬੰਦਾ 1 ਕਰੋੜ ਗਾਲ ਸਾਹਮਣੇ ਖਲੋ ਕੇ ਵੀ ਕੱਢੇਗਾ ਨਾ ਤੇ ਮੈਂ ਉਹਦਾ ਜਵਾਬ ਵੀ ਨਹੀਂ ਦੇਣਾ ਕੋਈ ਵੀ, ਠੀਕ ਹੈ। ਤੈਨੂੰ ਤਾਂ ਫਿਰ ਵਕੀਲ ਹੋਣਾ ਚਾਹੀਦਾ ਸੀ। ਔਰ ਪ੍ਰੈਕਟੀਕਲ ਜਿਹੜਾ ਉਹ ਜਿੰਨੀ ਦੇਰ ਤੱਕ ਨਹੀਂ ਨਾ ਕਰਨਾ। ਹਾਂਜੀ ਨਸਰੁੱਲਾ ਸਾਹਿਬ, ਮੈਂ ਕਿਹਾ ਬੰਦ ਤੇ ਗਿਆ, ਹੁਣ ਲਾਇਰ ਹੋਰ ਕਿੰਨਾ ਕੁ ਬਣਵਾਉਣਾ ਜੇ ਇਹਨੂੰ। ਉਹਨੇ ਦੱਸਿਆ ਨਹੀਂ, ਕੇਸ ਲੈ ਲਿੱਤਾ ਉਹਨੇ, ਕਿਹਾ ਹੁਣ ਦੇ ਨਾ ਕੋਈ ਵੀ ਗਾਲਾਂ ਨਹੀਂ ਕੱਢੇਗਾ, ਦੇਖੋ ਕੇਸ ਲਿੱਤਾ ਨਾ ਉਹਨੇ ਆਪਣੇ ਲਾਇਰ ਨਾਲ, ਉਹਨੇ ਕੇਸ ਕਿਉਂ ਨਹੀਂ ਲੈਣਾ ਸੀ। ਲੁਗਤ ਵੀ ਦਿਓ, ਮੈਂ ਹੁਣ ਲੁਗਤ ਮੰਗਣੀ ਨਾਲ ਤੁਹਾਨੂੰ ਸਾਰਿਆਂ। ਵੇਖੋ ਤੁਹਾਡੇ ਸਾਹਮਣੇ ਮੈਂ ਆਪਣੇ ਆਪ ਨੂੰ ਕੁਰਬਾਨ ਕਰਨ ਲੱਗਾ ਵਾਂ, ਠੀਕ ਹੈ, ਔਰ ਦੁਨੀਆ ਦੇ ਸਾਹਮਣੇ ਆਣ ਕੇ ਖਿਤਾਬ ਕਰਨਾ ਹੈ, ਔਰ ਬਕਾਇਦਾ ਤੌਰ ਦੇ ਉੱਤੇ ਜਿੰਨੇ ਵੀ ਜਮਾਤ ਅਹਿਮਦੀਆ ਦੇ ਬੰਦੇ ਗਾਲਾਂ ਕੱਢਣ ਰਹੇ ਨੇ, ਗਾਲੀਬਾਜ਼ ਨੇ, ਅਗਰ ਇਹ ਗਾਲਾਂ ਨਾ ਛੱਡਣਗੇ ਕੋਈ ਵੀ, ਤੇ ਮੈਂ ਕਿਹਾ ਕਿ ਮੇਰਾ ਨਾਂ ਉਕਾਬ ਨਹੀਂ ਰੱਖਣਾ, ਤੁਸਾਂ ਕੁਝ ਹੋਰ ਰੱਖ ਦੇਣਾ ਨਾ, ਜੋ ਮਰਜ਼ੀ ਤੁਹਾਡਾ ਦਿਲ ਕਰਦਾ, ਬੁਰੇ ਤੋਂ ਬੁਰਾ ਸ਼ਿਕਰਾ ਰੱਖ ਲਾਂਗੇ, ਠੀਕ ਹੈ, ਲੇਕਿਨ ਇਹ ਗਾਲਾਂ ਕੱਢਣ ਤੋਂ ਮੁੜ ਜਾਣਗੇ, ਇਹ ਮੇਰਾ ਤੁਹਾਡੇ ਨਾਲ ਪੱਕੀ ਗਰੰਟੀ ਹੈ, ਵਾਅਦਾ ਹੈ ਪੱਕਾ 100%, ਠੀਕ ਹੈ, ਭਾਵੇਂ ਮੈਨੂੰ ਜਿਹੜੇ ਤਰੀਕੇ ਨਾਲ ਵੀ ਮਰਜ਼ੀ ਮੋੜਨਾ। ਮੇਰਾ ਤੇ ਖਿਆਲ ਹੈ 50% ਤੇ ਅੱਜ ਹੀ ਮੇਰਾ ਖਿਆਲ ਤੁਹਾਡਾ ਜਿਹੜਾ ਕੰਮ ਹੋ ਗਿਆ। ਮੈਂ ਜਦੋਂ ਵੀ ਦੁਕਾਨ ਖੋਲੀ ਹੈ ਨਾ ਉਦੋਂ ਹੀ ਕਾਮਯਾਬ ਪਹਿਲੇ ਦਿਨ ਹੀ ਹੋਈ ਹੈ ਉਹ। ਹਾਂ 50% ਤੇ ਤੁਹਾਨੂੰ ਮਿਲ ਗਿਆ, ਪਾਸ ਤੇ ਤੁਸੀਂ ਹੋ ਗਏ ਹੋ, ਹੁਣ ਅਗਲੇ 50% ਜਿਹੜੇ ਨੇ ਉਹ ਵੀ ਇਨਸ਼ਾਅੱਲਾ ਤਾਲਾ ਹੋ ਜਾਣਗੇ ਥੋੜੇ ਅਰਸੇ ਦੇ ਬਾਅਦ ਫਜ਼ਲ ਕਰਮ ਨਾਲ। ਮਹਿਜ਼ ਅੱਲਾ ਦਾ ਹੀ ਫਜ਼ਲ ਹੋਣਾ, ਮੇਰਾ ਕੀ ਕੰਮ ਹੈ, ਮੈਂ ਤੇ ਇੱਕ ਸਿਰਫ ਮੋਹਰਾ ਹੀ ਹਾਂ ਜਿਹਨੂੰ ਚੱਲਣਾ ਹੀ ਪੈਣਾ ਲਾਜ਼ਮੀ। ਨਹੀਂ ਉਹ ਤੁਹਾਨੂੰ ਦੱਸਿਆ ਤੇ ਭਗਵਾਨ ਨੇ ਕਿ ਜਦੋਂ ਇਰਾਦਾ ਮਜ਼ਬੂਤ ਕਰ ਲੈਂਦਾ ਨਾ ਬੰਦਾ, ਤੇ ਦੁਨੀਆ ਦੀ ਕੋਈ ਚੀਜ਼ ਵੀ ਉਹਦੇ ਸਾਹਮਣੇ ਜਿਹੜੀ ਹੈ ਨਾ ਫਿਰ ਖੜੀ ਨਹੀਂ ਹੋ ਸਕਦੀ। ਬਸ ਇਰਾਦੇ ਦੀ ਗੱਲ ਹੁੰਦੀ ਹੈ, ਤੁਸੀਂ ਇਰਾਦਾ ਇੱਕ ਵਾਰੀ ਕਰੋ ਤੇ ਫਿਰ ਅੱਲਾਹ ਤਾਲਾ ਐਸਾ ਸਾਥ ਦਿੰਦਾ ਕਿ ਵੱਡੀਆਂ ਵੱਡੀਆਂ ਸਲਤਨਾਂ ਉੱਡ ਜਾਂਦੀਆਂ ਨੇ। ਕਿ ਦੇਖਿਆ ਨਹੀਂ ਹੈ ਪਾਸਟ ਦੇ ਵਿੱਚ ਕੀ ਕੁਛ ਹੋ ਚੁੱਕਿਆ ਹੋਇਆ। ਇਰਾਦਾ ਕਰਨ ਦੀ ਦੇਰ, ਇਹਦਾ ਨਾਮ ਹੁੰਦਾ ਖੁਦ ਇਤਮਾਦੀ। ਖੁਦ ਇਤਮਾਦੀ ਜਿੰਨੀ ਦੇਰ ਤੱਕ ਇਨਸਾਨ ਦੇ ਵਿੱਚ ਪੈਦਾ ਨਹੀਂ ਨਾ ਹੁੰਦੀ, ਉਨੀ ਦੇਰ ਤੱਕ ਇਰਾਦਾ ਵੀ ਮਜ਼ਬੂਤ ਨਹੀਂ ਹੁੰਦਾ ਕੋਈ ਵੀ। ਇਨਕਲਾਬ ਤੇ ਬਰਪਾ ਹੋ ਗਿਆ ਜ਼ਾਹਿਰ ਜਮੀਰ, ਹੁਣ ਤੈਨੂੰ ਅਸੀਂ ਆਏ ਕਾਹਦੇ ਵਾਸਤੇ? ਇਨਕਲਾਬ ਹੀ ਤੇ ਲੈਣ ਵਾਸਤੇ ਆਏ ਆ, ਕਰਨ ਵਾਸਤੇ, ਪੈਦਾ ਕਰਨ ਵਾਸਤੇ ਆਏ ਆ। ਇਨਸ਼ਾਅੱਲਾ ਤਾਲਾ ਮਗਰਬ ਤੋਂ ਸੂਰਜ ਜਿਹੜਾ ਉਹ ਤਲੂ ਹੋਏਗਾ, ਇਸਲਾਮ ਦਾ ਸੂਰਜ, ਉਹ ਜਿਹੜਾ ਲੋਕੀ ਆਂਦੇ ਨੇ ਨਾ ਕਿ ਪੁੱਠਾ ਸੂਰਜ ਇੱਕ ਵਾਰੀ ਉੱਗੇਗਾ, ਮਗਰਬ ਦੇ ਵਿੱਚੋਂ ਸੂਰਜ ਉੱਗੇ ਕਰੇਗਾ, ਉਹ ਸੂਰਜ ਜਿਹੜਾ ਨਾ ਉਹ ਹੈ ਜੇ ਜਿਹੜਾ ਤੁਹਾਨੂੰ ਨਜ਼ਰ ਨਹੀਂ ਆ ਰਿਹਾ। ਇਹ ਇਸਲਾਮ ਦਾ ਅਸਲ ਸੂਰਜ, ਜਿਹੜੇ ਮੁਸਲਮਾਨ ਨੇ ਉਹ ਮਗਰਬ ਦੇ ਵਿੱਚੋਂ ਜਿਹੜਾ ਨਾ ਉਹ ਇੱਕ ਆਵਾਜ਼ ਨੂੰ ਬੁਲੰਦ ਕਰਨਗੇ ਔਰ ਹਕੀਕੀ ਮੁਸਲਮਾਨ ਬਣਨਗੇ, ਔਰ ਆਪਣੀਆਂ ਰੂਹਾਂ ਪਾਕ ਕਰਨਗੇ, ਆਪਣੇ ਜਿਸਮ ਪਾਕ ਕਰਨਗੇ, ਆਪਣੀਆਂ ਹਰਕਤਾਂ ਜਿਹੜੀਆਂ ਨੇ ਉਹ ਦਰੁਸਤ ਕਰਨਗੇ, ਆਪਣੇ ਕਿਬਲੇ ਦਰੁਸਤ ਕਰਨਗੇ, ਔਰ ਸਹਾਬਾ ਦੇ ਨਕਸ਼ੇ ਕਦਮ ਦੇ ਉੱਤੇ ਚੱਲ ਕੇ ਤੇ ਮਸ਼ਰਕ ਦੇ ਲੋਕ ਨਾਸਰ ਭਾਈ ਕਿ ਮਗਰਬ ਦੇ ਲੋਕ ਕੀ ਕਰ ਰਹੇ ਨੇ। ਨਾਸਰ ਭਾਈ ਤੇ ਮੁਰਸ਼ਿਦ ਤੇ ਵਰਿਆਮ ਮੈਨੂੰ ਤੇ ਖਤਰਾ ਪੈ ਗਿਆ ਜੀ, ਇਹ ਜਿੱਡਾ ਨੇਕ ਹੋ ਗਿਆ ਦਾਵਾ ਹੀ ਨਾ ਕਰ ਛੱਡੇ ਕਿਤੇ। ਬਸ ਇਹ ਹੀ ਗੱਲ ਹੈ। अस्सलाम वालेकुम जी, वालेकुम सलाम रुस्तम भाई। प्यारे थोड़ा कंफ्यूजन दूर कर दो करा कर दिए ਤੁਹਾਨੂੰ। मैं ਕਨਫਿਊਜ਼ ਹੋਇਆ ਕਿ ਇੱਕ ਬਰਾੜ ਦੇ ਉੱਤੇ ਅਕਾਬ ਨੂੰ ਦੀ ਲੜਾਈ ਹੋਈ ਅੱਜ। ਪਤਾ ਨਹੀਂ ਜੀ, ਮੈਂ ਤੇ ਇੱਥੇ ਬੈਠਾ ਉਹਨਾਂ ਦੇ ਇਹੋ ਹੀ ਬਰਾੜ ਕੀ ਹੋਇਆ। ਉਧਰ ਕੋਈ ਲੱਗਾ ਸੀ ਕਿ ਉਹ ਗਾਲਾਂ ਕੱਢ ਰਿਹਾ ਸੀ ਤੇ ਕਹਿੰਦਾ ਕਿ ਇਹ ਕਾਬ ਆਪਦਾ ਕੋਈ ਬੰਦ ਹੈ ਇਹ। ਮੈਂ ਤੁਹਾਡਾ ਹੀ ਮੈਂ ਤਾਂ ਤੁਹਾਨੂੰ ਜਾਣਦਾ ਅੱਜ ਭਾਜੀ, ਇਹ ਤਾਂ ਗਿਆ ਹੀ ਨਹੀਂ ਕਿਤੋਂ ਇੱਥੇ ਅੱਜ। ਮੈਂ ਤੇ ਇੱਥੋਂ ਹਿੱਲਦਾ ਹੀ ਨਹੀਂ। ਵੇਖੋ ਜੀ ਹੁਣ ਉੱਡ ਨਹੀਂ ਸਕਦਾ, ਮੇਰੇ ਪਰ ਜਿਹੜੇ ਨੇ ਨਾ ਉਹ ਕੱਟ ਦਿੱਤੇ ਨੇ। ਥੱਲੇ ਬੰਦਾ ਇੱਕ ਬੈਠਾ ਹੈ, ਇਹਦੇ ਕੋਲ ਕੈਂਚੀਆਂ ਤੇਜ਼ ਕਰਦਾ ਬੜੀਆਂ। ਠੀਕ ਹੈ, ਫੇਕ ਆਈਡੀ ਬਣਾ ਕੇ ਨਾ ਤੇ ਕੋਈ ਫੱਡਾ ਬਣਾਇਆ ਅਜੇ ਪਤਾ ਨਹੀਂ। ਚਲੋ ਠੀਕ ਹੈ, ਬਸ ਮੈਂ ਨਹੀਂ ਪੁੱਛਣਾ ਸੀ ਵੀ ਕਿਉਂ ਐਵੇਂ ਹੋ ਰਿਹਾ ਹੈ। ਚਲੋ ਜਜ਼ਾਕੱਲਾ। ਮੇਰੇ ਖਿਆਲ ਨਾਲ ਮੇਰੇ ਫੇਕ ਬੇਵਾ ਨੇ ਤੇ ਉਹਦੀ ਵਜ੍ਹਾ ਦੇ ਉੱਤੇ ਹੋ ਰਿਹਾ ਹੋਣਾ। ਠੀਕ, ਤੁਸੀਂ ਆਰਾਮ ਕਰੋ, ਰੈਸਟ ਕਰੋ।
ਥੱਲੇ ਇੱਕ ਯੂਨੀਵਰਸਲ ਬੈਠਾ ਹੈ, ਕੈਂਚੀਆਂ ਤੇਜ਼ ਕਰਦਾ, ਇਹਨੇ ਮੇਰੇ ਪਰ ਘੱਟ ਛੜੇ ਨੇ, ਹੁਣ ਬਿਠਾ ਹੀ ਇੱਥੇ ਛੜਿਆ यूनिवर्सल दी वजह ना हाँ जी। मुस्तकबिल में उकाब जैसे लोगों का फहम दुनिया में इनकलाब बर्पा करने वाला है। उकाब साहब तुसां धूड़ा पट छड़ियां जे, यही चिराग जलेंगे तो अंधेरा होगा। मिसाल बनना पैंदा है ना, ईसा दी मिसाल ਜਿਹੜਾ ਤੁਸੀਂ ਮਿਸਾਲ ਬਣਨਾ ਹੈ ਨਾ, ਉਹ ਤੁਸੀਂ ਪ੍ਰੈਕਟੀਕਲ ਦੇ ਵਿੱਚੋਂ ਦੀ ਲੰਘਣਾ ਹੈ। ਅੱਛਾ ਜ਼ਹੀਰ ਸਾਹਿਬ ਨੂੰ ਸਮਝ ਨਹੀਂ ਸੀ ਆਈ, ਨਸਰੁੱਲਾ ਸਾਹਿਬ ਨੇ ਹੱਸ ਕੇ ਉਹਨਾਂ ਨੂੰ ਦੱਸਿਆ। ਅਗਰ ਮੈਂ ਗਾਲਾਂ ਨਾ ਕੱਢਦਾ ਹੁੰਦਾ ਭਗਵਾਨ ਭਾਈ ਪਹਿਲਾਂ, ਤੇ ਇਹ ਤਬਦੀਲੀ ਜਿਹੜੀ ਤੁਸੀਂ ਹੁਣ ਵੇਖ ਰਹੇ ਹੋ, ਇਹਦਾ ਕਿਸੇ ਨੂੰ ਪਤਾ ਲੱਗਣਾ ਸੀ? ਨਾ ਨਾ ਬਿਲਕੁਲ। ਤੇ ਇਹ ਜਿਹੜਾ